ਪੰਜਾਬ ਦੇ ਇੱਕ ਛੋਟੇ ਪਿੰਡ ਵਿੱਚ ਇੱਕ ਮਿਡਲ ਕਲਾਸ ਪਰਿਵਾਰ ਦੀ ਕੁੜੀ ਸੁਖਪ੍ਰੀਤ ਕੌਰ ਹਮੇਸ਼ਾ ਵਾਂਗ ਆਪਣੇ ਘਰ ਦੇ ਵਿਹੜੇ ਵਿੱਚ ਬੈਠੀ ਚਾਹ ਪੀ ਰਹੀ ਸੀ। ਉਸ ਦੇ ਪਿਤਾ ਹਰਜੀਤ ਸਿੰਘ ਨੇ ਉਸ ਨੂੰ ਕਿਹਾ, ਕੁੜੀਏ, ਹੁਣ ਤੂੰ ਵੀ ਕੁਝ ਕਰ ਲੈ। ਜ਼ਿੰਦਗੀ ਇੱਥੇ ਕੁਝ ਨਹੀਂ ਰੱਖਦੀ। ਵੇਖ, ਤੇਰੀ ਮਿੱਤਰ ਮਨੀਸ਼ਾ ਇੰਗਲੈਂਡ 'ਚ ਨੌਕਰੀ ਕਰ ਰਹੀ ਏ। ਸੁਖਪ੍ਰੀਤ ਨੇ ਮੰਦੀ ਹੱਸੀ ਨਾਲ ਕਿਹਾ, ਪਾਪਾ, ਮੈਂ ਵੀ ਕੋਸ਼ਿਸ਼ ਕਰ ਰਹੀ ਹਾਂ, ਪਰ ਪਤਾ ਨਹੀਂ ਕਿੱਥੇ ਤੋਂ ਸ਼ੁਰੂ ਕਰਾਂ। ਉਸ ਦੀ ਮਾਂ ਜੋ ਰਸੋਈ ਵਿੱਚ ਰੋਟੀ ਪਕਾ ਰਹੀ ਸੀ ਬੋਲੀ, ਬਸ ਕੁੜੀਏ, ਜੇ ਰੱਬ ਨੇ ਚਾਹਿਆ ਤਾਂ ਤੂੰ ਵੀ ਇੰਗਲੈਂਡ ਜਾਵੇਂਗੀ। ਤੇਰੇ ਵਰਗੀ ਸਿਆਣੀ ਤੇ ਮਿਹਨਤੀ ਕੁੜੀ ਨੂੰ ਰੱਬ ਰਾਹ ਜ਼ਰੂਰ ਦਿਖਾਉਂਦਾ ਹੈ। ਸੁਖਪ੍ਰੀਤ ਦੀਆਂ ਅੱਖਾਂ ਚਮਕ ਪਈਆਂ। ਇੰਗਲੈਂਡ, ਉਹ ਸੁਪਨਾ ਜੋ ਹਰ ਨੌਜਵਾਨ ਪੰਜਾਬੀ ਦੇ ਦਿਲ ਵਿੱਚ ਵਸਦਾ ਹੈ। ਵਿਦੇਸ਼ ਦੀ ਚਮਕ, ਡਾਲਰਾਂ ਦੀ ਖੁਸ਼ਬੂ ਤੇ ਆਪਣੇ ਪਰਿਵਾਰ ਲਈ ਬਿਹਤਰ ਜ਼ਿੰਦਗੀ ਦਾ ਖਿਆਲ, ਇਹੀ ਉਸ ਦੀ ਪ੍ਰੇਰਨਾ ਸੀ। ਇੱਕ ਦਿਨ ਪਿੰਡ ਦੇ ਗੁਰਦੁਆਰੇ ਦੇ ਬਾਹਰ ਉਸ ਦੀ ਮੁਲਾਕਾਤ ਹੋਈ ਬਲਵਿੰਦਰ ਨਾਮ ਦੇ ਇੱਕ ਆਦਮੀ ਨਾਲ। ਸਾਫ਼ ਕੱਪੜੇ, ਮੋਟੀ ਸੋਨੇ ਦੀ ਚੇਨ ਤੇ ਬੋਲੀ ਵਿੱਚ ਵਿਸ਼ਵਾਸ। ਉਹ ਕਹਿੰਦਾ, ਮੈਂ ਇੰਗਲੈਂਡ ਦੀਆਂ ਨੌਕਰੀਆਂ ਲਗਾਉਂਦਾ ਹਾਂ। ਤੂੰ ਗ੍ਰੈਜੂਏਟ ਹੈ ਨਾ? ਤੈਨੂੰ ਕਾਲ ਸੈਂਟਰ ਦੀ ਜੌਬ ਮਿਲ ਸਕਦੀ ਹੈ। ਪੱਕਾ ਕੰਮ ਹੈ ਤੇ 3 ਮਹੀਨੇ ਵਿੱਚ ਤੂੰ ਉੱਥੇ ਹੋਵੇਂਗੀ। ਸੁਖਪ੍ਰੀਤ ਨੇ ਹੈਰਾਨ ਹੋ ਕੇ ਪੁੱਛਿਆ, ਸੱਚੀ? ਮੇਰਾ ਵੀਜ਼ਾ ਲੱਗ ਜਾਵੇਗਾ? ਬਲਵਿੰਦਰ ਹੱਸਿਆ, ਵੀਜ਼ਾ ਤਾਂ ਮੇਰੇ ਲਈ ਖੇਡ ਹੈ। ਬਸ ਤੂੰ ਡਾਕੂਮੈਂਟਸ ਤਿਆਰ ਕਰ ਤੇ ਥੋੜਾ ਪੈਸਾ ਚਾਹੀਦਾ, 3 ਲੱਖ ਰੁਪਏ। ਬਾਕੀ ਸਾਰਾ ਮੈਂ ਦੇਖ ਲਵਾਂਗਾ। ਅਕਸਰ ਸੁਖਪ੍ਰੀਤ ਇਹੋ ਜਿਹੇ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਫਸਦੀ, ਪਰ ਇਸ ਵਾਰ ਇੰਗਲੈਂਡ ਦੇ ਵੀਜ਼ਾ ਨੇ ਉਸ ਦੀ ਮੱਤ ਹੀ ਮਾਰ ਦਿੱਤੀ। ਰਾਤ ਨੂੰ ਉਹ ਗੱਲ ਆਪਣੇ ਮਾਪਿਆਂ ਨੂੰ ਦੱਸਦੀ ਹੈ। ਪਹਿਲਾਂ ਤਾਂ ਡਰ ਗਏ, ਕਿੰਨਾ ਜ਼ਿਆਦਾ ਪੈਸਾ ਸੀ, ਪਰ ਫਿਰ ਸੁਖਪ੍ਰੀਤ ਦੀਆਂ ਅੱਖਾਂ ਵਿੱਚ ਉਮੀਦ ਦੇ ਚਿਰਾਗ ਦੇਖ ਕੇ ਮਾਂ ਨੇ ਕਿਹਾ, ਜੇ ਇਹ ਸਾਡੀ ਕੁੜੀ ਦਾ ਸੁਪਨਾ ਹੈ ਤਾਂ ਅਸੀਂ ਵੇਚਾਂਗੇ ਜੋ ਕੁਝ ਹੈ ਤੇ ਕੁੜੀ ਨੂੰ ਬਾਹਰ ਭੇਜਾਂਗੇ। ਕੁਝ ਹਫ਼ਤਿਆਂ ਵਿੱਚ ਉਹਨਾਂ ਨੇ ਆਪਣੀ ਛੋਟੀ ਜੀ ਜ਼ਮੀਨ ਦਾ ਹਿੱਸਾ ਵੇਚ ਕੇ ਪੈਸੇ ਇਕੱਠੇ ਕਰ ਲਏ। ਬਲਵਿੰਦਰ ਪੈਸੇ ਲੈ ਕੇ ਕਹਿੰਦਾ ਹੈ, ਹੁਣ 3 ਮਹੀਨੇ ਤੱਕ ਸਬਰ ਕਰੀਂ, ਫਿਰ ਤੇਰਾ ਇੰਟਰਵਿਊ ਹੋਵੇਗਾ ਤੇ ਫਲਾਈਟ ਦੀ ਤਾਰੀਖ ਆ ਜਾਏਗੀ। ਸੁਖਪ੍ਰੀਤ ਹਰ ਰੋਜ਼ ਉਡੀਕ ਕਰਦੀ। ਕਦੇ-ਕਦੇ ਉਹ ਬਲਵਿੰਦਰ ਨੂੰ ਫੋਨ ਕਰਦੀ ਤਾਂ ਉਹ ਹੱਸ ਕੇ ਕਹਿੰਦਾ, ਚਿੰਤਾ ਨਾ ਕਰ, ਤੂੰ ਮੇਰੀ ਜ਼ਿੰਮੇਵਾਰੀ ਹੈ। ਇਹ ਲਫ਼ਜ਼ ਸੁਖਪ੍ਰੀਤ ਨੂੰ ਸਹਾਰਾ ਦਿੰਦੇ ਰਹੇ। ਉਹ ਹਰ ਰੋਜ਼ ਆਪਣੇ ਬੈਗ ਵਿੱਚ ਉਹਨਾਂ ਚੀਜ਼ਾਂ ਨੂੰ ਇਕੱਠਾ ਕਰਦੀ ਜੋ ਉਸ ਨੂੰ ਇੰਗਲੈਂਡ 'ਚ ਚਾਹੀਦੀਆਂ ਹੋਣਗੀਆਂ। ਮਾਂ ਦੀਆਂ ਫੋਟੋਆਂ, ਆਪਣੀਆਂ ਦੋਸਤਾਂ ਨਾਲ ਖਿੱਚੀਆਂ ਤਸਵੀਰਾਂ ਤੇ ਇੱਕ ਛੋਟਾ ਪੰਜਾਬੀ ਝੰਡਾ ਜੋ ਉਹ ਸੂਟਕੇਸ ਤੇ ਲਗਾਉਣੀ ਸੀ। 3 ਮਹੀਨੇ ਲੰਘ ਗਏ। ਚੌਥੇ ਮਹੀਨੇ ਦੀ ਇੱਕ ਸ਼ਾਮ ਨੂੰ ਬਲਵਿੰਦਰ ਦਾ ਫੋਨ ਆਇਆ, ਸੁਖਪ੍ਰੀਤ, ਤੇਰਾ ਪੇਪਰ ਲੱਗ ਗਿਆ, ਤੂੰ ਦਿੱਲੀ ਆ ਜਾ। ਕੱਲ ਅਗਲੇ ਹਫ਼ਤੇ ਤੇਰੀ ਫਲਾਈਟ ਹੈ। ਉੱਥੇ ਮੇਰਾ ਆਦਮੀ ਤੈਨੂੰ ਮਿਲ ਲਵੇਗਾ। ਸੁਖਪ੍ਰੀਤ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਉਹ ਮਾਂ ਨੂੰ ਗਲੇ ਲਾ ਕੇ ਰੋ ਪਈ, ਮਾਂ, ਵੇਖੀ ਤੇਰੀ ਦੀ ਇੰਗਲੈਂਡ ਜਾ ਰਹੀ ਹੈ। ਮਾਂ ਨੇ ਉਸ ਨੂੰ ਆਖਰੀ ਵਾਰ ਮੱਥਾ ਚੁੰਮਿਆ ਤੇ ਚੁੱਪ ਹੋ ਗਈ। ਪਿਤਾ ਦੀ ਅੱਖਾਂ ਵਿੱਚ ਵੀ ਖੁਸ਼ੀ ਤੇ ਡਰ ਮਿਲੇ ਹੋਏ ਸਨ। ਰਾਤ ਨੂੰ ਜਦੋਂ ਸੂਟਕੇਸ ਤਿਆਰ ਕਰ ਰਹੀ ਸੀ, ਉਸ ਦਾ ਛੋਟਾ ਭਰਾ ਆ ਕੇ ਕਹਿੰਦਾ ਹੈ, ਦੀਦੀ, ਉੱਥੇ ਜਾ ਕੇ ਮੈਨੂੰ ਪਲੇ ਸਟੇਸ਼ਨ ਭੇਜੀ। ਸੁਖਪ੍ਰੀਤ ਨੇ ਹੱਸ ਕੇ ਕਿਹਾ, ਜ਼ਰੂਰ, ਤੂੰ ਸਿਰਫ ਮੇਰੀ ਉਡੀਕ ਕਰੀ। ਪਰ ਜਦ ਰਾਤ ਹੋਈ, ਮਾਂ ਦੇ ਦਿਲ ਵਿੱਚ ਇੱਕ ਅਜੀਬ ਘਬਰਾਹਟ ਸੀ। ਉਹ ਕਈ ਵਾਰ ਬਾਹਰ ਜਾ ਕੇ ਤਾਰੇ ਵੇਖਦੀ ਤੇ ਅਰਦਾਸ ਕਰਦੀ, ਰੱਬਾ, ਮੇਰੀ ਕੁੜੀ ਨੂੰ ਸੁਰੱਖਿਅਤ ਰੱਖੀ। ਅਗਲੇ ਦਿਨ ਸੁਖਪ੍ਰੀਤ ਦਿੱਲੀ ਲਈ ਨਿਕਲੀ। ਰੇਲ ਗੱਡੀ ਦੀ ਖਿੜਕੀ ਵਿੱਚੋਂ ਪਿੰਡ ਹੌਲੀ-ਹੌਲੀ ਪਿੱਛੇ ਛੁੱਟਦਾ ਗਿਆ। ਉਸ ਦੇ ਦਿਲ ਵਿੱਚ ਇੱਕ ਖੁਸ਼ੀ ਸੀ, ਪਰ ਨਾਲ-ਨਾਲ ਇੱਕ ਅਜਿਹਾ ਅਣਜਾਣ ਡਰ ਵੀ ਸੀ ਜਿਸ ਦਾ ਕਾਰਨ ਉਹ ਖੁਦ ਨਹੀਂ ਸਮਝ ਸਕਦੀ ਸੀ। ਜਦ ਉਹ ਦਿੱਲੀ ਪਹੁੰਚੀ ਤਾਂ ਉਸ ਨੂੰ ਇੱਕ ਅਜੀਬ ਮਾਹੌਲ ਮਹਿਸੂਸ ਹੋਇਆ। ਇੱਕ ਆਦਮੀ ਜਿਸ ਨੇ ਕਾਲਾ ਕੋਟ ਪਾਇਆ ਹੋਇਆ ਸੀ, ਉਸਨੇ ਆ ਕੇ ਕਿਹਾ, ਤੂੰ ਸੁਖਪ੍ਰੀਤ ਕੌਰ ਹੈ? ਆ ਮੇਰੇ ਨਾਲ, ਤੈਨੂੰ ਫਲਾਈਟ ਲਈ ਤਿਆਰੀ ਕਰਨੀ ਹੈ। ਸੁਖਪ੍ਰੀਤ ਨੇ ਆਸ ਨਾਲ ਸਿਰ ਹਿਲਾਇਆ ਤੇ ਉਸ ਦੇ ਨਾਲ ਚੱਲ ਪਈ। ਉਹ ਆਦਮੀ ਉਸ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਲੈ ਗਿਆ, ਜਿੱਥੇ ਹੋਰ ਵੀ ਕੁਝ ਕੁੜੀਆਂ ਸਨ। ਸਾਰੀਆਂ ਚੁੱਪ ਬੈਠੀਆਂ ਸਨ। ਕਿਸੇ ਦੇ ਚਿਹਰੇ ਤੇ ਖੁਸ਼ੀ ਨਹੀਂ ਸੀ। ਸੁਖਪ੍ਰੀਤ ਨੇ ਹੌਲੀ ਆਵਾਜ਼ ਵਿੱਚ ਪੁੱਛਿਆ, ਤੁਸੀਂ ਵੀ ਇੰਗਲੈਂਡ ਜਾ ਰਹੀ ਹੋ? ਇੱਕ ਕੁੜੀ ਨੇ ਹੌਲੀ ਆਵਾਜ਼ ਵਿੱਚ ਕਿਹਾ, ਹਾਂ, ਪਰ ਕਿੱਥੇ, ਕਿਸ ਰਾਹ ਨਾਲ, ਕਿਸ ਦੇ ਨਾਲ, ਕਿਸੇ ਨੂੰ ਨਹੀਂ ਪਤਾ। ਸੁਖਪ੍ਰੀਤ ਦੇ ਹੱਥੋਂ ਚਾਹ ਦਾ ਕੱਪ ਹੌਲੀ ਨਾਲ ਹਿੱਲਿਆ। ਉਹ ਕੁਝ ਸਮਝ ਨਹੀਂ ਸਕੀ, ਪਰ ਦਿਲ ਵਿੱਚ ਇੱਕ ਅਜੀਬ ਜਿਹਾ ਡਰ ਪੈਦਾ ਹੋ ਗਿਆ। ਤੇ ਜਦ ਰਾਤ ਪਈ, ਦਰਵਾਜ਼ੇ ਦੇ ਬਾਹਰੋਂ ਇੱਕ ਆਵਾਜ਼ ਆਈ, ਤਿਆਰ ਰਵੋ, ਕੱਲ ਸਵੇਰੇ ਫਲਾਈਟ ਹੈ। ਪਰ ਕਿਸੇ ਨੇ ਨਹੀਂ ਦੱਸਿਆ ਕਿ ਕਿਹੜੇ ਦੇਸ਼ ਲਈ। ਸੁਖਪ੍ਰੀਤ ਦੀ ਉਸ ਰਾਤ ਅੱਖ ਨਹੀਂ ਲੱਗੀ। ਦਿੱਲੀ ਦੇ ਉਸ ਹੋਟਲ ਦਾ ਕਮਰਾ ਬਾਹਰੋਂ ਤਾਂ ਸ਼ਾਨਦਾਰ ਸੀ, ਪਰ ਅੰਦਰ ਦੀ ਹਵਾ ਵਿੱਚ ਇੱਕ ਅਜੀਬ ਘੁੱਟ ਸੀ। ਹਰ ਪਾਸੇ ਚੁੱਪੀ। ਕੋਲ ਬੈਠੀ ਕੁੜੀ ਨੇ ਹੌਲੀ ਕਿਹਾ, ਮੇਰਾ ਨਾਮ ਨੀਤੂ ਹੈ, ਮੈਂ ਹਰਿਆਣੇ ਤੋਂ ਆਈ ਹਾਂ। ਮੈਨੂੰ ਵੀ ਕਿਹਾ ਗਿਆ ਸੀ ਕਿ ਮੈਂ ਯੂਰਪ ਜਾ ਰਹੀ ਹਾਂ, ਪਰ ਹੁਣ 3 ਦਿਨ ਹੋ ਗਏ ਨੇ, ਕਿਸੇ ਨੇ ਕੁਝ ਨਹੀਂ ਦੱਸਿਆ।
ਸੁਖਪ੍ਰੀਤ ਦੇ ਦਿਲ ਵਿੱਚ ਇੱਕ ਝਟਕਾ ਲੱਗਾ। ਉਸਨੇ ਕਿਹਾ, ਤੈਨੂੰ ਕਿਸਨੇ ਭੇਜਿਆ? ਨੀਤੂ ਨੇ ਰੋਂਦੇ ਹੋਏ ਕਿਹਾ, ਇੱਕ ਬੰਦਾ ਸੀ, ਕਹਿੰਦਾ ਸੀ ਸਿਰਫ ਪੇਪਰ ਵਰਕ ਕਰਨਾ ਹੈ, ਪਰ ਇੱਥੇ ਆ ਕੇ ਪਤਾ ਲੱਗਿਆ ਸਭ ਕੁਝ ਹੋਰ ਹੀ ਹੈ। ਉਸੇ ਵੇਲੇ ਦਰਵਾਜ਼ੇ ਦੀ ਕਲਿੱਕ ਹੋਈ ਤੇ ਉਹ ਕਾਲੇ ਕੋਟ ਵਾਲਾ ਆਦਮੀ ਅੰਦਰ ਆਇਆ। ਸਾਰੀਆਂ ਤਿਆਰ ਰਹੋ, ਕੱਲ ਸਵੇਰੇ ਸਫ਼ਰ ਕਰਨਾ ਹੈ, ਇਹ ਕਹਿ ਕੇ ਉਹ ਚਲਾ ਗਿਆ। ਕਿਸੇ ਨੇ ਵੀ ਕੁਝ ਪੁੱਛਣ ਦੀ ਹਿੰਮਤ ਨਹੀਂ ਕੀਤੀ। ਸਵੇਰ ਹੋਈ ਤਾਂ ਕੁੜੀਆਂ ਨੂੰ ਇੱਕ ਟੈਂਪੂ ਵਿੱਚ ਬਿਠਾ ਦਿੱਤਾ ਗਿਆ। ਖਿੜਕੀਆਂ ਤੇ ਕਾਲੇ ਪਰਦੇ ਸਨ। ਸੁਖਪ੍ਰੀਤ ਨੇ ਕਈ ਵਾਰ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਨੇ, ਪਰ ਕੋਈ ਜਵਾਬ ਨਹੀਂ ਮਿਲਿਆ। ਰਸਤੇ ਦੌਰਾਨ ਉਸਦੇ ਮਨ ਵਿੱਚ ਬਸ ਮਾਂ ਦਾ ਚਿਹਰਾ ਘੁੰਮਦਾ ਰਿਹਾ। ਉਹ ਚਾਹੁੰਦੀ ਸੀ ਕਿ ਇੱਕ ਵਾਰੀ ਮੋਬਾਈਲ ਖੋਲ ਕੇ ਮਾਂ ਨੂੰ ਕਾਲ ਕਰੇ, ਪਰ ਉਹਨਾਂ ਨੇ ਫੋਨ ਪਹਿਲਾਂ ਹੀ ਲੈ ਲਿਆ ਸੀ। ਲਗਭਗ 6 ਘੰਟਿਆਂ ਬਾਅਦ ਉਹਨਾਂ ਨੂੰ ਕਿਸੇ ਬੰਜਾਰ ਜਿਹੇ ਇਲਾਕੇ ਵਿੱਚ ਲਿਆਂਦਾ ਗਿਆ। ਬਾਹਰ ਸਿਰਫ ਸੁੱਕੇ ਦਰਖਤ ਤੇ ਟੁੱਟੇ ਮਕਾਨ ਸਨ। ਇੱਕ ਵੱਡੇ ਲੋਹੇ ਦੇ ਗੇਟ ਦੇ ਅੰਦਰ ਉਹਨਾਂ ਨੂੰ ਲਿਆਂਦਾ ਗਿਆ। ਅੰਦਰ ਕੁਝ ਹੋਰ ਵੀ ਕੁੜੀਆਂ ਸਨ। ਕਈਆਂ ਦੀਆਂ ਅੱਖਾਂ ਸੁੱਜੀਆਂ ਹੋਈਆਂ, ਕਈਆਂ ਦੇ ਕੱਪੜੇ ਪਾਟੇ ਹੋਏ। ਸੁਖਪ੍ਰੀਤ ਦੇ ਪੈਰਾਂ ਤੋਂ ਜ਼ਮੀਨ ਖਿਸਕ ਗਈ। ਉਸਨੇ ਪੁੱਛਿਆ, ਇਹ ਕਿੱਥੇ ਲਿਆਂਦਾ ਤੁਸੀਂ ਸਾਨੂੰ? ਪਰ ਜਵਾਬ ਵਿੱਚ ਸਿਰਫ ਇੱਕ ਕਠੋਰ ਆਵਾਜ਼ ਆਈ, ਚੁੱਪ ਰਹਿ, ਬਹੁਤ ਸਵਾਲ ਕਰਦੀ ਏ। ਰਾਤ ਨੂੰ ਉਹਨਾਂ ਨੂੰ ਇੱਕੋ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਨੀਤੂ ਚੁੱਪਚਾਪ ਰੋ ਰਹੀ ਸੀ। ਸੁਖਪ੍ਰੀਤ ਨੇ ਉਸਦਾ ਹੱਥ ਫੜਿਆ। ਅਸੀਂ ਬਚਾਂਗੇ, ਮੈਂ ਕਿਸੇ ਤਰੀਕੇ ਨਾਲ ਘਰ ਜਾਣ ਦਾ ਰਾਹ ਲੱਭਾਂਗੀ। ਨੀਤੂ ਨੇ ਕਿਹਾ, ਇੱਥੇ ਕਈ ਕੁੜੀਆਂ ਇਹ ਕਹਿ ਚੁੱਕੀਆਂ ਨੇ, ਪਰ ਕੋਈ ਵਾਪਸ ਨਹੀਂ ਗਿਆ। ਇਹ ਸੁਣ ਕੇ ਸੁਖਪ੍ਰੀਤ ਦਾ ਦਿਲ ਕੰਬ ਗਿਆ। ਉਸੇ ਰਾਤ ਕਮਰੇ ਦੇ ਬਾਹਰੋਂ ਕੁਝ ਆਵਾਜ਼ਾਂ ਆਈਆਂ। ਕਿਸੇ ਨੇ ਕਿਹਾ, ਅੱਜ 3 ਕੁੜੀਆਂ ਰਵਾਨਾ ਹੋਣੀਆਂ ਨੇ। ਰਵਾਨਾ ਹੋਣੀਆਂ ਨੇ? ਕਿੱਥੇ? ਕਿਹੜੇ ਦੇਸ਼? ਕਿਸੇ ਨੂੰ ਪਤਾ ਨਹੀਂ ਸੀ। ਸੁਖਪ੍ਰੀਤ ਨੇ ਆਪਣੇ ਦਿਲ ਵਿੱਚ ਪ੍ਰਣ ਕੀਤਾ ਕਿ ਉਹ ਚੁੱਪ ਨਹੀਂ ਰਹੇਗੀ। ਅਗਲੀ ਸਵੇਰ ਜਦੋਂ ਉਹਨਾਂ ਨੂੰ ਰੋਟੀ ਦਿੱਤੀ ਗਈ, ਉਸਨੇ ਹਿੰਮਤ ਕਰਕੇ ਕਿਹਾ, ਮੇਰੇ ਮਾਂ-ਬਾਪ ਨੂੰ ਕਾਲ ਕਰਨੀ ਏ, ਉਹ ਚਿੰਤਿਤ ਹੋਣਗੇ। ਆਦਮੀ ਹੱਸ ਪਿਆ, ਚਿੰਤਾ ਨਾ ਕਰ, ਹੁਣ ਉਹਨਾਂ ਨੂੰ ਤੂੰ ਕਦੇ ਚਿੰਤਾ ਕਰਨ ਦੀ ਲੋੜ ਨਹੀਂ ਪਵੇਗੀ। ਇਹ ਲਫ਼ਜ਼ ਉਸਦੇ ਦਿਲ ਵਿੱਚ ਤੀਰ ਵਾਂਗ ਚੁੱਭ ਗਏ। ਰਾਤ ਨੂੰ ਉਸਨੇ ਕਮਰੇ ਦੇ ਕੋਨੇ ਵਿੱਚ ਇੱਕ ਛੋਟੀ ਜਿਹੀ ਖਿੜਕੀ ਵੇਖੀ। ਬਾਹਰ ਅੰਧੇਰਾ ਸੀ, ਪਰ ਦੂਰੋਂ ਕਿਸੇ ਦੀ ਟਾਰਚ ਦੀ ਲੌਰ ਚਮਕਦੀ ਦਿਖੀ। ਉਹ ਹੌਲੀ-ਹੌਲੀ ਉੱਥੇ ਗਈ ਤੇ ਖਿੜਕੀ ਵਿੱਚੋਂ ਝਾਤ ਮਾਰੀ। ਬਾਹਰ ਇੱਕ ਬੰਦਾ ਖੜਾ ਸੀ, ਸ਼ਾਇਦ ਕੋਈ ਨਿਗਰਾਨ, ਪਰ ਉਸਦੇ ਚਿਹਰੇ ਤੇ ਡਰ ਨਹੀਂ ਸੀ, ਕੁਝ ਹੋਰ ਸੀ, ਜਿਵੇਂ ਉਹ ਵੀ ਇਸ ਸਭ ਤੋਂ ਤੰਗ ਆ ਗਿਆ ਹੋਵੇ। ਸੁਖਪ੍ਰੀਤ ਨੇ ਹੌਲੀ ਆਵਾਜ਼ ਮਾਰੀ, ਮੈਨੂੰ ਘਰ ਜਾਣਾ ਹੈ, ਕਿਰਪਾ ਕਰਕੇ ਮਦਦ ਕਰ। ਉਸ ਬੰਦੇ ਨੇ ਇੱਕ ਪਲ ਲਈ ਉਸਦੀ ਅੱਖਾਂ ਵਿੱਚ ਵੇਖਿਆ ਤੇ ਬਿਨਾਂ ਕੁਝ ਕਹੇ ਚਲਾ ਗਿਆ। ਸੁਖਪ੍ਰੀਤ ਦੇ ਦਿਲ ਵਿੱਚ ਡਰ ਤੇ ਉਮੀਦ ਦਾ ਮਿਸ਼ਰਣ ਸੀ। ਉਹ ਸੋਚਦੀ ਰਹੀ ਕਿ ਉਹ ਬੰਦਾ ਉਸਦੀ ਮਦਦ ਕਰੇਗਾ ਜਾਂ ਉਹ ਗੱਲ ਕਰਕੇ ਆਪਣੀ ਮੌਤ ਦਾ ਸੱਦਾ ਦੇ ਬੈਠੀ ਹੈ। ਉਸੇ ਸਮੇਂ ਬਾਹਰੋਂ ਤਾਲਾ ਖੁੱਲਣ ਦੀ ਆਵਾਜ਼ ਆਈ। ਕਮਰੇ ਵਿੱਚ ਸਾਰੀਆਂ ਕੁੜੀਆਂ ਉੱਠ ਪਈਆਂ। ਇੱਕ ਆਵਾਜ਼ ਆਈ, ਤਿਆਰ ਹੋ ਜਾਓ, ਹੁਣ ਤੁਹਾਡਾ ਨੰਬਰ ਹੈ। ਸੁਖਪ੍ਰੀਤ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਉਹ ਸੋਚਦੀ ਰਹੀ, ਕਿੱਥੇ ਲੈ ਜਾ ਰਹੇ ਨੇ ਮੈਨੂੰ? ਕੀ ਇਹ ਅੰਤ ਹੈ ਜਾਂ ਸ਼ੁਰੂਆਤ ਕਿਸੇ ਹੋਰ ਕਹਾਣੀ ਦੀ? ਉਹ ਸਾਰੀਆਂ ਕੁੜੀਆਂ ਨੂੰ 에ਅਰਪੋਰਟ ਤੇ ਲੈ ਕੇ ਆ ਗਏ। ਸਾਰੀਆਂ ਕੁੜੀਆਂ ਨੂੰ ਲੱਗਾ ਸ਼ਾਇਦ ਹੁਣ ਸਹੀ ਰਾਹ ਤੇ ਪੈ ਗਈਆਂ ਨੇ। ਜਹਾਜ਼ ਨੇ ਉਡਾਨ ਭਰੀ ਅਤੇ ਜਿਵੇਂ ਹੀ ਹਵਾਈ ਜਹਾਜ਼ ਦੇ ਪਹੀਏ ਜਿਵੇਂ ਹੀ ਜ਼ਮੀਨ ਤੇ ਲੱਗੇ, ਸਿਮਰਨ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਉਸ ਦੇ ਅੰਦਰ ਡਰ ਤੇ ਉਮੀਦ ਦੋਵੇਂ ਲੜ ਰਹੇ ਸਨ। ਉਹ ਸੋਚ ਰਹੀ ਸੀ ਕਿ ਹੁਣ ਸਭ ਠੀਕ ਹੋ ਜਾਵੇਗਾ, ਹੁਣ ਉਸ ਦੀ ਜ਼ਿੰਦਗੀ ਬਦਲ ਜਾਵੇਗੀ। ਪਰ ਜਿਵੇਂ ਹੀ ਜਹਾਜ਼ ਰੁਕਿਆ, ਏਜੰਟ ਨੇ ਉਸ ਨੂੰ ਕਿਹਾ, ਤੂੰ ਬਾਹਰ ਨਾ ਜਾਈਂ, ਮੈਂ ਆਂਦਾ ਹਾਂ। ਏਜੰਟ ਤੋਂ ਬਾਹਰ ਤੱਕ ਰਹੀ ਸੀ। ਚਿਹਰੇ ਅਣਜਾਣੇ, ਭਾਸ਼ਾ ਅਣਜਾਣੀ ਤੇ ਆਸਮਾਨ ਵੀ ਜਿਵੇਂ ਅਜੀਬ ਲੱਗ ਰਿਹਾ ਸੀ। ਥੋੜੀ ਦੇਰ ਬਾਅਦ ਇੱਕ ਔਰਤ ਆਈ, ਕਾਲੇ ਚਸ਼ਮੇ ਤੇ ਸਖਤ ਚਿਹਰੇ ਨਾਲ। ਉਸਨੇ ਸਿਮਰਨ ਦਾ ਪਾਸਪੋਰਟ ਮੰਗਿਆ ਤੇ ਬਿਨਾਂ ਕੁਝ ਕਹੇ ਖਿੱਚ ਲਿਆ। ਮੇਰੇ ਨਾਲ ਚੱਲ, ਉਹ ਬੋਲੀ, ਤੇ ਸਿਮਰਨ ਬੇਬਸੀ ਨਾਲ ਉਸਦੇ ਪਿੱਛੇ ਚੱਲ ਪਈ। 에ਅਰਪੋਰਟ ਤੋਂ ਬਾਹਰ ਇੱਕ ਕਾਲੀ ਗੱਡੀ ਖੜੀ ਸੀ। ਅੰਦਰ ਪਹਿਲਾਂ ਹੀ 2 ਹੋਰ ਲੜਕੀਆਂ ਬੈਠੀਆਂ ਸਨ। ਇੱਕ ਨੇ ਉਸ ਨੂੰ ਹੌਲੀ ਜਿਹਾ ਮੁਸਕਰਾਉਂਦੇ ਹੋਏ ਤੱਕਿਆ, ਪਰ ਉਸ ਦੀ ਅੱਖਾਂ ਵਿੱਚ ਡਰ ਸਾਫ਼ ਦਿਖ ਰਿਹਾ ਸੀ। ਗੱਡੀ ਚੱਲ ਪਈ ਤੇ ਸ਼ਹਿਰ ਦੀਆਂ ਰੌਸ਼ਨੀਆਂ ਪਿੱਛੇ ਰਹਿ ਗਈਆਂ। ਰਸਤੇ ਵਿੱਚ ਸਿਮਰਨ ਨੇ ਹਿੰਮਤ ਕਰਕੇ ਪੁੱਛਿਆ, ਮੈਂ ਕਿੱਥੇ ਜਾ ਰਹੀ ਹਾਂ? ਔਰਤ ਨੇ ਬਿਨਾਂ ਤੱਕੇ ਕਿਹਾ, ਤੂੰ ਹੁਣ ਆਪਣਾ ਕੰਮ ਕਰੇਂਗੀ ਤੇ ਸਭ ਠੀਕ ਹੋ ਜਾਵੇਗਾ, ਜ਼ਿਆਦਾ ਸਵਾਲ ਨਾ ਪੁੱਛ। ਉਸ ਦੀ ਆਵਾਜ਼ ਵਿੱਚ ਠੰਡਕ ਸੀ, ਜਿਵੇਂ ਕਿਸੇ ਪੱਥਰ ਨੇ ਬੋਲਿਆ ਹੋਵੇ। ਕੁਝ ਘੰਟੇ ਬਾਅਦ ਗੱਡੀ ਇੱਕ ਛੋਟੀ ਇਮਾਰਤ ਦੇ ਸਾਹਮਣੇ ਰੁਕੀ। ਉਹਨਾਂ ਨੂੰ ਅੰਦਰ ਲਿਆਂਦਾ ਗਿਆ। ਕਮਰੇ ਦੀਆਂ ਕੰਧਾਂ ਤੇ ਪੁਰਾਣੇ ਪੋਸਟਰ ਲੱਗੇ ਸਨ ਤੇ ਹਵਾ ਵਿੱਚ ਕੋਈ ਭਾਰੀ ਜਿਹਾ ਸੁੰਨਾਪਾ ਸੀ। ਸਿਮਰਨ ਨੂੰ ਇੱਕ ਛੋਟੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਕੱਲ ਤੋਂ ਕੰਮ ਸ਼ੁਰੂ, ਔਰਤ ਨੇ ਕਿਹਾ ਤੇ ਦਰਵਾਜ਼ਾ ਬੰਦ ਕਰ ਦਿੱਤਾ। ਸਿਮਰਨ ਨੇ ਤੁਰੰਤ ਆਪਣਾ ਮੋਬਾਈਲ ਚੈੱਕ ਕੀਤਾ। ਕੋਈ ਨੈਟਵਰਕ ਨਹੀਂ ਸੀ। ਉਹ ਬਿਸਤਰੇ ਤੇ ਬੈਠੀ ਤੇ ਰੋਣ ਲੱਗ ਪਈ। ਉਸ ਦੇ ਮਨ ਵਿੱਚ ਸਵਾਲ ਗੂੰਜ ਰਹੇ ਸਨ, ਇਹ ਕਿਹੜਾ ਦੇਸ਼ ਹੈ? ਮੇਰਾ ਪਾਸਪੋਰਟ ਕਿੱਥੇ ਗਿਆ? ਏਜੰਟ ਕਿੱਥੇ ਗਾਇਬ ਹੋ ਗਿਆ?
ਰਾਤ ਲੰਬੀ ਤੇ ਡਰਾਉਣੀ ਸੀ। ਕਮਰੇ ਦੀਆਂ ਕੰਧਾਂ ਵਿੱਚੋਂ ਕਿਸੇ ਦੇ ਚੀਕਣ ਦੀ ਹੌਲੀ ਆਵਾਜ਼ ਆ ਰਹੀ ਸੀ। ਸਿਮਰਨ ਨੇ ਕੰਬਦੇ ਹੱਥਾਂ ਨਾਲ ਕੰਧ ਵੱਲ ਕੰਨ ਲਾਇਆ। ਕੋਈ ਲੜਕੀ ਮਿੰਨਤਾਂ ਕਰ ਰਹੀ ਸੀ, ਮੈਨੂੰ ਘਰ ਜਾਣ ਦਿਓ, ਕਿਰਪਾ ਕਰਕੇ। ਸਿਮਰਨ ਦਾ ਸਰੀਰ ਠੰਡਾ ਹੋ ਗਿਆ। ਉਸਨੇ ਤੁਰੰਤ ਖਿੜਕੀ ਵੱਲ ਵੇਖਿਆ, ਪਰ ਬਾਹਰ ਲੋਹੇ ਦੀਆਂ ਜ਼ੰਜੀਰਾਂ ਲੱਗੀਆਂ ਸਨ। ਸਵੇਰ ਹੋਈ ਤੇ ਹੀ ਇੱਕ ਔਰਤ ਨੇ ਦਰਵਾਜ਼ਾ ਖੋਲ੍ਹਿਆ ਤੇ ਕਿਹਾ, ਤਿਆਰ ਹੋ ਜਾ, ਤੇਰੇ ਕਸਟਮਰ ਆਉਣਗੇ। ਸਿਮਰਨ ਨੇ ਡਰ ਨਾਲ ਪੁੱਛਿਆ, ਕਿਹੜਾ ਕਸਟਮਰ? ਔਰਤ ਨੇ ਹੱਸ ਕੇ ਕਿਹਾ, ਹੁਣ ਤੈਨੂੰ ਪਤਾ ਲੱਗੇਗਾ। ਉਸ ਸਮੇਂ ਸਿਮਰਨ ਨੂੰ ਸਭ ਸਮਝ ਆ ਗਿਆ। ਇਹ ਤੇ ਕੋਈ ਨੌਕਰੀ ਨਹੀਂ ਸੀ, ਇਹ ਤਾਂ ਇੱਕ ਜਾਲ ਸੀ। ਉਸਦੇ ਸੁਪਨੇ, ਉਮੀਦਾਂ ਤੇ ਭਰੋਸਾ ਸਭ ਇੱਕ ਝਟਕੇ ਨਾਲ ਟੁੱਟ ਗਏ। ਉਸਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਹ ਸੋਚਦੀ ਰਹੀ, ਜੇ ਮੈਂ ਰੋਈ ਜਾਂ ਬੇਨਤੀ ਕੀਤੀ ਤੇ ਇਹ ਹੋਰ ਬਦਤਰ ਕਰ ਦੇਣਗੇ। ਮੈਨੂੰ ਸੋਚ ਕੇ ਕਦਮ ਚੁੱਕਣਾ ਪਵੇਗਾ। ਉਸਨੇ ਕਮਰੇ ਵਿੱਚ ਆਲੇ ਦੁਆਲੇ ਵੇਖਿਆ। ਇੱਕ ਛੋਟਾ ਸ਼ੀਸ਼ਾ, ਇੱਕ ਟੁੱਟੀ ਕੁਰਸੀ ਤੇ ਖਿੜਕੀ ਕੋਲ ਜ਼ੰਜੀਰਾਂ। ਉਸਦਾ ਦਿਮਾਗ ਹੌਲੀ-ਹੌਲੀ ਚਾਲਾਂ ਸੋਚਣ ਲੱਗਾ। ਸ਼ਾਇਦ ਮੈਂ ਕਿਸੇ ਨੂੰ ਮਨਾਵਾਂ, ਕਿਸੇ ਨਾਲ ਗੱਲ ਕਰਾਂ, ਕੋਈ ਇਨਸਾਨੀਅਤ ਬਚੀ ਹੋਵੇ। ਉਸੇ ਸ਼ਾਮ ਇੱਕ ਗੋਰਾ ਆਦਮੀ ਆਇਆ। ਉਸਨੇ ਕਮਰੇ ਵਿੱਚ ਝਾਤੀ ਮਾਰੀ ਤੇ ਸਿਮਰਨ ਵੱਲ ਇਸ਼ਾਰਾ ਕੀਤਾ। ਔਰਤ ਨੇ ਦਰਵਾਜ਼ਾ ਖੋਲ੍ਹਿਆ ਤੇ ਕਿਹਾ, ਚੱਲ, ਤੇਰਾ ਟਾਈਮ ਹੋ ਗਿਆ। ਸਿਮਰਨ ਨੇ ਉਸ ਦੀਆਂ ਅੱਖਾਂ ਵਿੱਚ ਤੱਕਿਆ। ਉਸਨੂੰ ਨਫ਼ਰਤ ਤੇ ਬੇਬਸੀ ਦੋਵੇਂ ਮਹਿਸੂਸ ਹੋਈ। ਉਸਨੇ ਹੌਲੀ ਆਵਾਜ਼ ਵਿੱਚ ਕਿਹਾ, ਮੈਨੂੰ ਛੱਡ ਦਿਓ, ਮੈਨੂੰ ਘਰ ਜਾਣਾ ਹੈ। ਪਰ ਕਿਸੇ ਨੇ ਨਾ ਸੁਣਿਆ। ਉਸ ਰਾਤ ਉਸਦੀ ਜ਼ਿੰਦਗੀ ਦਾ ਸਭ ਤੋਂ ਕਾਲਾ ਪਲ ਸੀ। ਹਰ ਚੀਜ਼ ਉਸ ਤੋਂ ਛਿਨ ਗਈ, ਇੱਜ਼ਤ, ਭਰੋਸਾ, ਸੁਪਨੇ। ਪਰ ਉਸਦੇ ਅੰਦਰ ਅਜੇ ਵੀ ਇੱਕ ਚਿੰਗਾਰੀ ਸੀ, ਇੱਕ ਆਸ ਕਿ ਕਿਸੇ ਤਰੀਕੇ ਨਾਲ ਉਹ ਬਚ ਕੇ ਨਿਕਲ ਜਾਵੇਗੀ। ਉਹ ਜਦੋਂ ਥੱਕੀ ਹੋਈ ਬਿਸਤਰੇ ਤੇ ਪਈ ਸੀ, ਉਸਨੇ ਖਿੜਕੀ ਦੇ ਪਾਸੋਂ ਆਉਂਦੀ ਹੌਲੀ ਆਵਾਜ਼ ਸੁਣੀ, ਜੇ ਤੂੰ ਬਚਣਾ ਚਾਹੁੰਦੀ ਹੈ, ਰਾਤ ਨੂੰ ਤਿਆਰ ਰਹੀਂ। ਸਿਮਰਨ ਨੇ ਡਰ ਨਾਲ ਉੱਠ ਕੇ ਵੇਖਿਆ। ਉੱਥੇ ਇੱਕ ਹੋਰ ਲੜਕੀ ਸੀ। ਉਸਦੀ ਅੱਖਾਂ ਵਿੱਚ ਡਰ ਨਹੀਂ ਸੀ, ਪਰ ਜ਼ਿੱਦ ਸੀ। ਉਹ ਹੌਲੀ ਜਿਹਾ ਮੁਸਕਰਾਈ ਤੇ ਕਹਿਣੀ, ਮੌਕਾ ਆ ਰਿਹਾ ਹੈ, ਪਰ ਜ਼ਿੰਦਗੀ ਦਾਅ ਤੇ ਲੱਗੇਗੀ। ਸੁਖਪ੍ਰੀਤ ਦੀਆਂ ਅੱਖਾਂ ਹੌਲੀ-ਹੌਲੀ ਸੁੱਕ ਰਹੀਆਂ ਸਨ, ਪਰ ਉਸਦਾ ਦਿਲ ਹਜੇ ਵੀ ਡਰ, ਹੌਸਲੇ ਤੇ ਪਛਤਾਵੇ ਨਾਲ ਭਰਿਆ ਹੋਇਆ ਸੀ। ਹਰ ਰੋਜ਼ ਉਹਨਾਂ ਕੁੜੀਆਂ ਦੇ ਰੋਣੇ ਸੁਣਦੇ ਕਮਰੇ ਵਿੱਚ ਖੜੀ ਹੋ ਕੇ ਸੋਚਦੀ ਕਿ ਕਿਵੇਂ ਉਹ ਲੋਕ ਆਪਣੀ ਆਜ਼ਾਦੀ ਤੋੜ ਕੇ ਇਸ ਨਰਕ ਵਿੱਚ ਫਸੇ ਹਨ। ਉਸਦੀ ਨਜ਼ਰਾਂ ਹਮੇਸ਼ਾ ਖਿੜਕੀ ਵੱਲ ਹੁੰਦੀਆਂ, ਪਰ ਬਾਹਰ ਦੀ ਦੁਨੀਆ ਉਸ ਲਈ ਇੱਕ ਖੁੱਲਾ ਸੁਪਨ ਹੀ ਰਹੀ। ਇੱਕ ਦਿਨ ਸੁਖਪ੍ਰੀਤ ਨੂੰ ਕਮਰੇ ਵਿੱਚ ਬਿਠਾ ਕੇ ਇੱਕ ਗਾਹਕ ਦੇ ਸਾਹਮਣੇ ਲਿਆਇਆ ਗਿਆ। ਉਹ ਪੂਰੇ ਤਰ੍ਹਾਂ ਭਰੋਸੇਗੁਜ਼ਾਰ ਸੀ ਤੇ ਉਸਦੇ ਹੌਸਲੇ ਦਾ ਤਾਣਾ ਬਾਣਾ ਹੌਲੀ-ਹੌਲੀ ਟੁੱਟ ਰਿਹਾ ਸੀ। ਉਸਨੇ ਬੇਨਤੀ ਕਰਨੀ ਸ਼ੁਰੂ ਕੀਤੀ, ਮੈਨੂੰ ਛੱਡ ਦਿਓ, ਮੈਂ ਕੁਝ ਨਹੀਂ ਕਰਾਂਗੀ, ਕਿਰਪਾ ਕਰਕੇ। ਪਰ ਕੋਈ ਸੁਣਨ ਵਾਲਾ ਨਹੀਂ ਸੀ। ਉਹਦੀ ਆਵਾਜ਼ ਹੌਲੀ-ਹੌਲੀ ਖਤਮ ਹੋ ਰਹੀ ਸੀ, ਪਰ ਉਸਦੇ ਦਿਲ ਵਿੱਚ ਹਾਲੇ ਵੀ ਇੱਕ ਛੋਟੀ ਜਿਹੀ ਚਿੰਗਾਰੀ ਜ਼ਿੰਦਾ ਸੀ। ਇਸੀ ਸਮੇਂ ਇੱਕ ਬਜ਼ੁਰਗ ਔਰਤ ਜੋ ਉਸ ਘਰ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਹੀ ਸੀ, ਅਚਾਨਕ ਕੋਲ ਆਈ। ਉਹ ਸੁਖਪ੍ਰੀਤ ਦੇ ਸਿਰ ਤੇ ਹੱਥ ਰੱਖ ਕੇ ਚੁੱਪ ਕਰਵਾਉਂਦੀ ਹੈ। ਉਸਦੀ ਆਵਾਜ਼ ਹੌਲੀ ਪਰ ਪੱਕੀ ਸੀ, ਤੂੰ ਚੰਗੀ ਕੁੜੀ ਲੱਗਦੀ ਹੈ, ਮੈਂ ਤੇਰੀ ਮਦਦ ਕਰਾਂਗੀ। ਸੁਖਪ੍ਰੀਤ ਦੇ ਦਿਲ ਵਿੱਚ ਇੱਕ ਨਵੀਂ ਉਮੀਦ ਦੀ ਲਹਿਰ ਦੌੜ ਗਈ। ਉਸ ਬਜ਼ੁਰਗ ਔਰਤ ਨੇ ਰਾਤ ਨੂੰ ਉਹਦੇ ਕੋਲ ਆਪਣਾ ਪੁਰਾਣਾ ਫੋਨ ਲਿਆ ਕੇ ਦਿੱਤਾ ਤੇ ਕਿਹਾ, ਇਸ ਨਾਲ ਜੁੜ ਜਾ। ਇੱਕ NGO ਹੈ ਜੋ ਇਹਨਾਂ ਜਾਲਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਤੇਰੀ ਸਹਾਇਤਾ ਕਰਨਗੇ। ਸੁਖਪ੍ਰੀਤ ਨੇ ਹੌਲੀ-ਹੌਲੀ ਫੋਨ ਚਾਲੂ ਕੀਤਾ। ਉਸਦੀ ਆਵਾਜ਼ ਹੱਥਾਂ ਕੰਬਦੀਆਂ ਹੋਈਆਂ ਬਜ਼ੁਰਗ ਔਰਤ ਨੂੰ ਦਿਖਾ ਰਹੀ ਸੀ ਕਿ ਕਿਵੇਂ ਉਹ ਨਰਕ ਵਿੱਚ ਵੀ ਆਸ ਨਹੀਂ ਛੱਡ ਰਹੀ। ਰਾਤ ਦੇ ਬੰਦੇ ਤਾਰੇ ਵਾਂਗ ਉਸਦਾ ਦਿਲ ਇੱਕ ਅਣਜਾਣ ਜੰਗ ਲਈ ਤਿਆਰ ਸੀ। ਹਰ ਰੋਜ਼ ਉਸਦੀ ਸੋਚ ਇੱਕ ਨਵੀਂ ਯੋਜਨਾ ਬਣਾਉਂਦੀ ਕਿ ਕਿਵੇਂ ਭੱਜਣਾ, ਕਿਵੇਂ ਬਚਣਾ, ਕਿਵੇਂ ਆਪਣੀ ਆਵਾਜ਼ ਕਿਸੇ ਤਰੀਕੇ ਨਾਲ ਪਿਛਲੇ ਦੁਨੀਆ ਤੱਕ ਪਹੁੰਚਾਉਣਾ। ਇੱਕ ਰਾਤ ਜਦੋਂ ਘਰ ਪੂਰਾ ਚੁੱਪ ਸੀ, ਦਰਵਾਜ਼ੇ ਤੇ ਅਚਾਨਕ ਧਮਾਕਾ ਹੋਇਆ। ਕੁਝ ਕੱਚ ਦੇ ਟੁਕੜੇ ਹਵਾ ਵਿੱਚ ਉੱਡੇ ਤੇ ਸੁਖਪ੍ਰੀਤ ਦੇ ਦਿਲ ਦੀ ਧੜਕਨ ਇੱਕ ਨਵੇਂ ਅਦਭੁਤ ਡਰ ਨਾਲ ਮਿਲ ਗਈ। ਕੋਈ ਚੀਖਦਾ ਹੈ, ਪੁਲਿਸ ਆ ਗਈ। ਸੁਖਪ੍ਰੀਤ ਦੇ ਪੈਰ ਹੌਲੀ-ਹੌਲੀ ਥਰਥਰਾਉਂਦੇ ਹੋਏ ਜ਼ਮੀਨ ਨੂੰ ਛੂੰਹਦੇ ਹਨ। ਉਸਨੇ ਖਿੜਕੀ ਵੱਲ ਝਾਤੀ ਮਾਰੀ। ਬਾਹਰ ਲਾਲ ਤੇ ਨੀਲੀ ਰੌਸ਼ਨੀ ਝਲਕ ਰਹੀ ਸੀ ਤੇ ਇੱਕ ਟੀਮ ਤੁਰਦੀ ਆ ਰਹੀ ਸੀ। ਉਸਦੀ ਸੋਚ ਕੈਲਕੂਲੇਟ ਕਰ ਰਹੀ ਸੀ ਕਿ ਕਿਵੇਂ ਬਚਣਾ, ਕਿਵੇਂ ਆਪਣੇ ਸਾਥੀਆਂ ਨੂੰ ਦੱਸਣਾ। ਬਜ਼ੁਰਗ ਔਰਤ ਨੇ ਫਿਰ ਸੁਖਪ੍ਰੀਤ ਨੂੰ ਫੜਿਆ। ਹੁਣ ਤੇਰੀ ਮੌਕਾ ਹੈ, ਸਾਵਧਾਨ ਰਹਿਣਾ। ਇਹ ਦੌਰ ਖਤਮ ਨਹੀਂ, ਪਰ ਪਹਿਲਾ ਕਦਮ ਤੈਨੂੰ ਆਜ਼ਾਦੀ ਵੱਲ ਲੈ ਜਾ ਸਕਦਾ ਹੈ। ਸੁਖਪ੍ਰੀਤ ਹੌਲੀ-ਹੌਲੀ ਆਪਣੇ ਕਮਰੇ ਤੋਂ ਬਾਹਰ ਨਿਕਲਦੀ ਹੈ। ਹਰ ਇੱਕ ਕਦਮ ਉਸਦੇ ਦਿਲ ਨੂੰ ਹੋਰ ਤੇਜ਼ ਧੜਕਣ ਤੇ ਮਜ਼ਬੂਤ ਹੌਸਲਾ ਦਿੰਦਾ ਹੈ। ਉਸਦਾ ਮਨ ਇੱਕ ਹੀ ਗੱਲ ਵਿੱਚ ਲੱਗਾ ਹੈ ਕਿ ਇਹ ਦਹਿਸ਼ਤ ਜਿੰਨੀ ਭਾਰੀ ਵੀ ਹੈ, ਪਰ ਉਹ ਆਪਣੀ ਆਜ਼ਾਦੀ ਤੇ ਵਾਪਸੀ ਲਈ ਕੁਝ ਵੀ ਕਰ ਸਕਦੀ ਹੈ।
ਅੰਤ ਵਿੱਚ ਜਦੋਂ ਬਾਹਰ ਵਾਲੇ ਹਾਲ ਵਿੱਚ ਤੱਕੀ ਜਾਂਦੀ ਹੈ, ਉਸ ਦੇ ਸਾਹ ਤੇਜ਼ ਤੇ ਹੌਲੀ ਹੋ ਜਾਂਦੇ ਹਨ। ਉਸ ਦੀ ਨਜ਼ਰਾਂ ਇੱਕ ਨਵੀਂ ਕਿਰਨ ਦੇਖਦੀਆਂ ਹਨ, ਪਰ ਉਸ ਨੂੰ ਪਤਾ ਹੈ ਕਿ ਅੱਗੇ ਕੀ ਹੋਵੇਗਾ, ਇਹ ਕਿਵੇਂ ਹੋਵੇਗਾ। ਇਹ ਅਜੇ ਵੀ ਇੱਕ ਰਹੱਸਮਈ ਤੇ ਖਤਰਨਾਕ ਮੌਕਾ ਬਣਿਆ ਹੋਇਆ ਹੈ। ਸੁਖਪ੍ਰੀਤ ਦੇ ਮਨ 'ਚ ਇੱਕ ਗੂੰਜ ਰਹੀ ਹੈ, ਹੁਣ ਮੇਰੀ ਆਜ਼ਾਦੀ ਦੀ ਸੱਚੀ ਜੰਗ ਸ਼ੁਰੂ ਹੁੰਦੀ ਹੈ। ਸੁਖਪ੍ਰੀਤ ਨੂੰ ਹੌਲੀ-ਹੌਲੀ ਵਾਹਨ ਵਿੱਚ ਬਿਠਾਇਆ ਗਿਆ। ਉਸ ਦੇ ਹੱਥ ਪਿੱਛੇ ਤੋਂ ਬੰਨੇ ਹੋਏ ਸਨ, ਪਰ ਉਸ ਦੇ ਦਿਲ ਵਿੱਚ ਇੱਕ ਨਵੀਂ ਤਾਕਤ ਜਗ ਰਹੀ ਸੀ। ਪਿਛਲੀ ਰਾਤ ਦੀ ਧਮਾਕੇਦਾਰ ਕੜੀ ਤੇ ਪੁਲਿਸ ਆ ਗਈ ਦੀ ਆਵਾਜ਼ ਉਸ ਦੇ ਮਨ ਵਿੱਚ ਹਜੇ ਵੀ ਗੂੰਜ ਰਹੀ ਸੀ। ਉਹ ਸਮਝ ਰਹੀ ਸੀ ਹੁਣ ਜੋ ਕੁਝ ਵੀ ਹੋਵੇ, ਉਹ ਇੱਕ ਨਵੀਂ ਜੰਗ ਵਿੱਚ ਦਾਖਲ ਹੋਈ ਹੈ, ਜਿੱਥੇ ਜੀਵਨ ਅਤੇ ਮੌਤ ਇੱਕ ਨਾਲ ਮਿਲ ਕੇ ਖੇਡ ਰਹੇ ਹਨ। ਵੈਨ ਦੇ ਦੂਸਰੇ ਕੋਨੇ ਵਿੱਚ ਹੋਰ ਕੁੜੀਆਂ ਵੀ ਸਨ। ਉਹਨਾਂ ਦੇ ਮੁਖ ਤੇ ਡਰ, ਹੌਸਲੇ ਅਤੇ ਹੌਲੀ-ਹੌਲੀ ਉਮੀਦ ਦੇ ਮਿਲੇ-ਜੁਲੇ ਰੰਗ ਸਪਸ਼ਟ ਸਨ। ਜਦੋਂ ਵੈਨ ਇੱਕ ਸਰਕਾਰੀ ਇਮਾਰਤ ਦੇ ਬਾਹਰ ਰੁਕੀ, ਪੁਲਿਸ ਨੇ ਸੁਖਪ੍ਰੀਤ ਅਤੇ ਹੋਰ ਕੁੜੀਆਂ ਨੂੰ ਬਾਹਰ ਕੱਢਿਆ। ਉਹਨਾਂ ਨੂੰ ਕਿਹਾ ਗਿਆ ਕਿ ਹੁਣ ਉਹਨਾਂ ਨੂੰ ਇੱਕ ਅਣਪਛਾਤੇ ਦੇਸ਼ ਦੀ ਸਰਕਾਰੀ ਕਸਟਡੀ ਵਿੱਚ ਰੱਖਿਆ ਜਾਵੇਗਾ। ਸੁਖਪ੍ਰੀਤ ਦੇ ਪੈਰ ਹੌਲੀ-ਹੌਲੀ ਜ਼ਮੀਨ ਨੂੰ ਛੂੰਹਦੇ ਸਨ ਤੇ ਉਸ ਦੇ ਦਿਲ ਵਿੱਚ ਇੱਕ ਅਣਜਾਣ ਡਰ ਅਤੇ ਹੌਸਲੇ ਦਾ ਮਿਲਾ-ਜੁਲਾ ਸੰਵੇਦਨ ਉੱਭਰ ਰਿਹਾ ਸੀ। ਉਹਨਾਂ ਨੇ ਸਭ ਕੁੜੀਆਂ ਨੂੰ ਇੱਕ ਕਮਰੇ ਵਿੱਚ ਬਿਠਾ ਦਿੱਤਾ। ਸੁਖਪ੍ਰੀਤ ਨੇ ਆਪਣੀ ਬੈਠਕੀ ਤੋਂ ਹੌਲੀ-ਹੌਲੀ ਫੋਨ ਕੱਢਿਆ ਜੋ ਉਸ ਬਜ਼ੁਰਗ ਔਰਤ ਨੇ ਦਿੱਤਾ ਸੀ। ਉਸ ਨੇ ਆਪਣੀ ਮਾਂ ਨੂੰ ਇੱਕ ਵੀਡੀਓ ਭੇਜੀ। ਕੈਮਰੇ ਨੂੰ ਹੌਲੀ-ਹੌਲੀ ਚੁੱਕਦੇ ਹੋਏ ਰੋਂਦਿਆਂ ਉਸ ਨੇ ਕਿਹਾ, ਮਾਂ, ਮੈਨੂੰ ਮਾਫ ਕਰ ਦੇਂ। ਮੈਂ ਇੰਗਲੈਂਡ ਨਹੀਂ ਪਹੁੰਚੀ। ਮੈਂ ਨਰਕ ਵਿੱਚ ਸੀ, ਪਰ ਮੈਂ ਬਚ ਗਈ ਹਾਂ। ਮੇਰੀਆਂ ਦੋਸਤਾਂ ਹਜੇ ਵੀ ਪਿੱਛੇ ਹਨ। ਮੈਨੂੰ ਨਹੀਂ ਪਤਾ ਉਹ ਕਦੇ ਆਜ਼ਾਦ ਹੋਣਗੀਆਂ ਜਾਂ ਨਹੀਂ। ਸਾਰੀਆਂ ਘਟਨਾਵਾਂ ਮੀਡੀਆ ਵਿੱਚ ਆਉਂਦੀਆਂ ਹਨ। ਪੰਜਾਬ ਦੇ ਪਿੰਡਾਂ ਵਿੱਚ ਖਬਰ ਚਰਚਾ ਬਣ ਜਾਂਦੀ ਹੈ ਕਿ ਕਿੰਨੇ ਏਜੰਟ ਲੋਕਾਂ ਦੇ ਸੁਪਨੇ ਵੇਚ ਰਹੇ ਹਨ। ਲੋਕ ਸੋਚਦੇ ਹਨ ਕਿ ਕਿਵੇਂ ਇੱਕ ਨੌਜਵਾਨ ਕੁੜੀ ਆਪਣੇ ਸੁਪਨੇ ਦੇ ਨਿਰਖਣ ਲਈ ਕਿਸੇ ਅਣਜਾਣ ਜਾਲ ਵਿੱਚ ਫਸ ਸਕਦੀ ਹੈ। ਸੁਖਪ੍ਰੀਤ ਦੀ ਕਹਾਣੀ ਪਿੰਡਾਂ ਤੇ ਸਕੂਲਾਂ ਵਿੱਚ ਗੂੰਜ ਰਹੀ ਸੀ। ਹਰ ਕੋਈ ਸੋਚਦਾ ਸੀ ਕਿ ਇਹ ਕੁੜੀ ਨਾ ਸਿਰਫ ਆਪਣੀ ਜਾਨ ਬਚਾਉਂਦੀ ਹੈ, ਪਰ ਉਹਨਾਂ ਲਈ ਸਿੱਖਿਆ ਦੀ ਇੱਕ ਮਿਸਾਲ ਬਣ ਜਾਂਦੀ ਹੈ। ਉਸ ਨੇ ਆਪਣੀ ਮਾਤਾ ਨੂੰ ਵਾਅਦਾ ਕੀਤਾ ਕਿ ਉਹ ਜਲਦ ਘਰ ਵਾਪਸ ਆ ਕੇ ਹਰ ਇੱਕ ਨੂੰ ਇਹ ਕਹਾਣੀ ਸੁਣਾਵੇਗੀ। ਉਹ ਜਾਣਦੀ ਸੀ ਕਿ ਇਹ ਸਿਰਫ ਸ਼ੁਰੂਆਤ ਹੈ, ਅਸਲੀ ਜੰਗ ਤਾਂ ਹੁਣ ਸ਼ੁਰੂ ਹੋ ਰਹੀ ਹੈ। ਸੁਖਪ੍ਰੀਤ ਨੇ ਪਹਿਲਾਂ ਆਪਣੇ ਪਿੰਡ ਦੇ ਸਕੂਲ, ਕਾਲਜ ਅਤੇ ਹੋਰ ਜਗ੍ਹਾਵਾਂ ਤੇ ਗਏ, ਜਿੱਥੇ ਉਹ ਬੱਚਿਆਂ, ਨੌਜਵਾਨਾਂ ਅਤੇ ਮਾਪਿਆਂ ਨਾਲ ਆਪਣੀ ਕਹਾਣੀ ਸਾਂਝੀ ਕਰਦੀ। ਸੁਖਪ੍ਰੀਤ ਦੀ ਕਹਾਣੀ ਇੱਕ ਸਮਾਜਿਕ ਸੁਨੇਹਾ ਬਣ ਗਈ ਕਿ ਚੰਗਾ ਸੁਪਨਾ ਦੇਖਣਾ ਚੰਗੀ ਗੱਲ ਹੈ, ਪਰ ਉਸ ਦੇ ਲਈ ਸਾਵਧਾਨ ਰਹਿਣਾ ਹੋਰ ਵੀ ਜ਼ਰੂਰੀ ਹੈ। ਸਭ ਤੋਂ ਅੰਤ ਵਿੱਚ ਸੁਖਪ੍ਰੀਤ ਨਜ਼ਰਾਂ ਵਿੱਚ ਹੌਲੀ ਪਰ ਅਡਿੱਗ ਹੌਸਲਾ ਲੈ ਕੇ ਕਹਿੰਦੀ ਹੈ, ਮੇਰੀ ਮੁੜ ਵਾਪਸੀ ਨਾਲ ਇਹ ਸਿਰਫ ਮੇਰੀ ਕਹਾਣੀ ਨਹੀਂ, ਹਰ ਕੁੜੀ, ਹਰ ਮਾਪੇ ਲਈ ਸਾਵਧਾਨੀ ਦਾ ਸੁਨੇਹਾ ਹੈ। ਆਪਣੇ ਭਵਿੱਖ ਨੂੰ ਬਚਾਉਣਾ ਹੈ ਤਾਂ ਸੁਪਨੇ ਦੇਖੋ, ਪਰ ਸੁਰੱਖਿਅਤ ਰਹਿਣਾ ਸਿੱਖੋ। ਜੇ ਤੁਸੀਂ ਮੇਰੀ ਕਹਾਣੀ ਨੂੰ ਸਾਂਝਾ ਕਰੋਗੇ ਤਾਂ ਹੋਰ ਕਿਸੇ ਦੀ ਜਾਨ ਅਤੇ ਭਵਿੱਖ ਬਚ ਸਕਦਾ ਹੈ। ਇਸ ਲਈ ਜੇ ਤੁਹਾਨੂੰ ਲੱਗੇ ਕਿ ਇਹ ਸੁਨੇਹਾ ਮਹੱਤਵਪੂਰਨ ਹੈ, ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ। ਕਿਸੇ ਦੀ ਜਾਨ ਬਚਾਉਣਾ ਹੁਣ ਤੁਹਾਡੇ ਹੱਥ ਵਿੱਚ ਹੈ। ਸੁਖਪ੍ਰੀਤ ਦੀਆਂ ਇਹ ਆਖਰੀ ਲਾਈਨਾਂ ਨਾ ਸਿਰਫ ਕਹਾਣੀ ਦਾ ਅੰਤ ਸਾਬਿਤ ਕਰਦੀਆਂ ਹਨ, ਬਲਕਿ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਦੀਆਂ ਹਨ। ਇਹ ਦਿਖਾਉਂਦੀਆਂ ਹਨ ਕਿ ਇੱਕ ਛੋਟਾ ਫੈਸਲਾ ਕਿਵੇਂ ਬੜਾ ਅਸਰ ਪਾ ਸਕਦਾ ਹੈ।